ਤੁਸੀਂ ਆਪਣੇ ਵੱਲੋਂ ਅੱਜ ਪਾਰਟੀ ਦੇ ਅੰਦਰ ਆਪਣਾ ਪੱਖ ਰੱਖਿਆ ਹੋਵੇਗਾ। ਚਰਚਾ ਕੀ ਹੋਈ ਹੈ, ਕਿਸ ਤਰੀਕੇ ਨਾਲ ਲੱਗਦਾ ਕਿ ਇਹ ਜਿਹੜੀ ਚਰਚਾ ਸੀ ਅੱਜ ਦੇ ਸੰਦਰਭ ਦੇ ਵਿੱਚ ਬੜੀ ਜ਼ਰੂਰੀ ਸੀ? ਪੀਸੀਸੀ ਦੁਆਰਾ ਕੰਮ ਕੀਤੇ ਗਏ ਆ, ਪ੍ਰਾਪਤੀਆਂ ਕੀਤੀਆਂ ਗਈਆਂ, ਉਹਨਾਂ ਬਾਰੇ ਵਿਸਤਾਰਪੂਰਵਕ ਚਾਨਣਾ ਪਾਇਆ ਜਾਂਦਾ ਔਰ ਅਗਲੇ ਆਦੇਸ਼ ਦਿੱਤੇ ਜਾਂਦੇ ਆ। ਉਸ ਚਿੱਠੀ ਦੇ ਵਿੱਚ ਅਖੀਰ ਦੇ ਵਿੱਚ ਮੰਗ ਕੀਤੀ ਗਈ, ਉਸੇ ਤਰ੍ਹਾਂ ਅਲਟੀਮੇਟਲੀ ਸਰਕਾਰ ਨੂੰ ਪੰਚਾਇਤਾਂ ਦੇ ਉਸ ਫੈਸਲੇ ਦੇ ਅੱਗੇ ਝੁਕਣਾ ਪਿਆ। ਬੜੀ ਅਹਿਮ ਚਰਚਾ ਇਹ ਵੀ ਹੋਈ, ਕਹਿੰਦੇ ਕਿ ਰਾਏ ਲਈ ਗਈ ਹੈ ਕਿ ਜਿਹੜਾ ਗਠਬੰਧਨ ਹੋਣਾ ਪੰਜਾਬ ਦੇ ਵਿੱਚ ਕੀ ਉਹ ਸੰਭਵ ਹੋ ਸਕਦਾ, ਕਿਉਂਕਿ ਇੰਡੀਆ ਇਸ ਤੇ ਕੋਈ ਰਾਏ ਦਾ ਕੋਈ ਐਸੀ ਚਰਚਾ ਨਹੀਂ ਹੋਈ ਮੀਟਿੰਗ ਦੇ ਵਿੱਚ। ਵਿੱਤ ਮੰਤਰੀ ਦਾ ਇੱਕ ਬਿਆਨ ਸਾਹਮਣੇ ਆਇਆ, ਕਹਿੰਦੇ ਕਿ ਸ਼ਾਇਦ ਪੰਜਾਬ ਦੇ ਵਿੱਚ ਤਾਂ ਗੱਲਬਾਤ ਚੱਲ ਰਹੀ ਹੈ ਵਧੀਆ ਤਰੀਕੇ ਨਾਲ, ਹੁਣ ਬਸ ਇੱਥੇ ਗੱਲ ਨਿਬੜੀ ਹੈ ਕਿ ਸੀਟਾਂ ਕਿੰਨੀਆਂ ਕਿਹਨੂੰ ਦੇਣੀਆਂ, ਕਾਂਗਰਸ ਨੇ ਕਿੰਨੀਆਂ ਲੈਣੀਆਂ ਤੇ ਆਪ ਨੇ ਕਿੰਨੀਆਂ ਲੈਣੀਆਂ। ਵਿੱਤ ਮੰਤਰੀ ਦਾ ਆਪ ਵਿਚਾਰਾ, ਉਹਨਾਂ ਦਾ ਜਿਹੜੀ ਆਮ ਆਦਮੀ ਪਾਰਟੀ, ਉਹਨਾਂ ਦਾ ਆਧਾਰ ਦਿਨ ਪਰ ਦਿਨ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਉਹ ਸੁੰਗੜਦਾ ਜਾ ਰਿਹਾ। ਇੰਡੀਆ ਦੀ ਥਾਂ ਹੁਣ ਭਾਰਤ ਲਿਖਣਾ ਸ਼ੁਰੂ ਕਰਤਾ ਕੇਂਦਰ ਦੀ ਸਰਕਾਰ ਨੇ, ਲੱਗਦਾ ਕਿ ਇੰਡੀਆ ਸ਼ਬਦ ਹੁਣ ਖੜਕਣ ਲੱਗ ਗਿਆ। ਉਹ ਐਡਾ ਵੱਡਾ ਸੰਗਠਨ ਜਿਹੜਾ ਹੁਣ ਬਣ ਗਿਆ, ਐਡਾ ਵੱਡਾ ਅਲਾਈਅੰਸ ਬਣ ਗਿਆ ਕਿ ਮੋਦੀ ਸਾਹਿਬ ਨੂੰ ਉਦੋਂ ਹੀ ਅਨਾਉਂਸ ਕਰਨਾ ਪਿਆ ਕਿ ਵਨ ਨੇਸ਼ਨ ਵਨ ਇਲੈਕਸ਼ਨ। ਉਹ ਭਾਵੇਂ ਹੋਣ ਜਾਂ ਨਾ ਹੋਣ, ਭਾਜਪਾ ਦਾ ਡਰ ਆ, ਉਹ ਇਸ ਤੋਂ ਸਾਫ਼ ਜ਼ਾਹਰ ਹੁੰਦਾ ਭਾਜਪਾ ਡਰੀ ਹੋਈ ਆ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲਾ। ਅੱਜ ਕਾਂਗਰਸ ਦੀ ਇੱਕ ਬੜੀ ਅਹਿਮ ਬੈਠਕ ਹੋਈ ਹੈ। ਇਸ ਬੈਠਕ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਹੋਈਆਂ, ਕਿਉਂਕਿ ਭਾਰਤ ਦੀ ਰਾਜਨੀਤੀ ਜਿਸ ਤਰੀਕੇ ਨਾਲ ਇਸ ਵਕਤ ਕਰਵਟਾਂ ਲੈ ਰਹੀ ਹੈ, ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚ ਵੀ ਸਮਝਣ ਵਾਲੀਆਂ ਨੇ। ਰਾਜਕੁਮਾਰ ਚੱਬੇਵਾਲ ਸਾਡੇ ਨਾਲ ਨੇ। ਚੱਬੇਵਾਲ ਸਾਹਿਬ, ਬੜੀ ਅਹਿਮ ਬੈਠਕ ਸੀ ਅੱਜ ਦੀ, ਬਹੁਤ ਸਾਰੀਆਂ ਚੀਜ਼ਾਂ ਇਹ 'ਤੇ ਤੈਅ ਹੋਣੀਆਂ ਨੇ। ਤੁਸੀਂ ਆਪਣੇ ਵੱਲੋਂ ਅੱਜ ਪਾਰਟੀ ਦੇ ਅੰਦਰ ਆਪਣਾ ਪੱਖ ਰੱਖਿਆ ਹੋਵੇਗਾ। ਚਰਚਾ ਕੀ ਹੋਈ ਹੈ, ਕਿਸ ਤਰੀਕੇ ਨਾਲ ਲੱਗਦਾ ਕਿ ਇਹ ਜਿਹੜੀ ਚਰਚਾ ਸੀ ਅੱਜ ਦੇ ਸੰਦਰਭ ਦੇ ਵਿੱਚ ਬੜੀ ਜ਼ਰੂਰੀ ਸੀ? ਦੇਖੋ, ਇਹ ਜਿਹੜੀ ਅਹਿਮ ਮੀਟਿੰਗ ਅੱਜ ਹੋਈ ਹੈ, ਇਹ ਹਰ ਮਹੀਨੇ ਹੁੰਦੀ ਹੈ। ਇਹ ਸਾਡੀ ਮਹੀਨਾਵਾਰ ਮੀਟਿੰਗ ਹੈ ਔਰ ਇਸ ਦੇ ਵਿੱਚ ਸਾਡੇ ਜਿੰਨੇ ਵੀ ਕੰਟੈਸਟਡ ਕੈਂਡੀਡੇਟਸ ਨੇ, ਐਮਐਲਏਜ਼, ਐਕਸ ਐਮਐਲਏਜ਼ ਜਾਂ ਸਾਡੇ ਪੀਸੀਸੀ ਡੀਸੀਸੀ ਪ੍ਰੈਜ਼ੀਡੈਂਟਸ, ਉਹ ਸਾਰੇ ਆਉਂਦੇ ਨੇ। ਔਰ ਜਿੰਨਾ ਵੀ ਖਾਸ ਤੌਰ 'ਤੇ ਇਸ ਮਹੀਨੇ ਦੇ ਵਿੱਚ ਜੋ ਵੀ ਸਾਡੇ ਪੀਸੀਸੀ ਦੁਆਰਾ ਕੰਮ ਕੀਤੇ ਗਏ ਆ, ਪ੍ਰਾਪਤੀਆਂ ਕੀਤੀਆਂ ਗਈਆਂ, ਉਹਨਾਂ ਬਾਰੇ ਵਿਸਤਾਰਪੂਰਵਕ ਚਾਨਣਾ ਪਾਇਆ ਜਾਂਦਾ ਔਰ ਅਗਲੇ ਆਦੇਸ਼ ਦਿੱਤੇ ਜਾਂਦੇ ਆ। ਔਰ ਉਹਨਾਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਅੱਜ ਵਧੀਆ ਗੱਲ ਇਹ ਹੋਈ ਆ ਵੀ ਪੀਸੀਸੀ ਨੂੰ ਇਹ ਸਿਹਰਾ ਦਿੱਤਾ ਗਿਆ ਕਿ ਜਿਹੜੀਆਂ ਪੰਚਾਇਤਾਂ ਦੇ ਭੰਗ ਕਰਨ ਦਾ ਗਲਤ ਫੈਸਲਾ ਸਰਕਾਰ ਨੇ ਲਿਆ ਸੀ, ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਪੀਸੀਸੀ ਨੇ ਉਸ ਇਸ਼ੂ ਨੂੰ ਚੱਕਿਆ, ਟੇਕਅਪ ਕੀਤਾ। ਤੁਸੀਂ ਦੇਖਿਆ ਹੋਣਾ ਕਿ ਡਾਇਰੈਕਟਰ ਪੰਚਾਇਤ ਦੇ ਆਫਿਸ ਦੇ ਬਾਹਰ ਬਾਰਿਸ਼ ਦੇ ਵਿੱਚ ਵੀ ਧਰਨਾ ਜਿਹੜਾ ਉਹ ਕਾਂਗਰਸ ਪਾਰਟੀ ਨੇ ਦਿੱਤਾ। ਔਰ ਉਸ ਤੋਂ ਬਾਅਦ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਜਿਹੜੀ ਚਿੱਠੀ ਵੀ ਮਾਨਯੋਗ ਮੁੱਖ ਮੰਤਰੀ ਨੂੰ ਲਿਖੀ, ਔਰ ਜੋ ਉਸ ਚਿੱਠੀ ਦੇ ਵਿੱਚ ਅਖੀਰ ਦੇ ਵਿੱਚ ਮੰਗ ਕੀਤੀ ਗਈ, ਉਸੇ ਤਰ੍ਹਾਂ ਅਲਟੀਮੇਟਲੀ ਸਰਕਾਰ ਨੂੰ ਪੰਚਾਇਤਾਂ ਦੇ ਉਸ ਫੈਸਲੇ ਦੇ ਅੱਗੇ ਝੁਕਣਾ ਪਿਆ। ਔਰ ਇਸ ਤੋਂ ਇਲਾਵਾ ਜਿੰਨੇ ਵੀ ਕਰੀਬ 15 ਧਰਨੇ ਪਿਛਲੇ ਮਹੀਨੇ 'ਚ ਹੋਏ ਆ, ਔਰ ਉਹਨਾਂ ਪਿਛਲੇ ਜਿੰਨੇ ਵੀ ਸਮੇਂ ਦੌਰਾਨ ਹੋਏ ਆ, ਉਹਨਾਂ ਧਰਨਿਆਂ ਦੀ ਜਿਹੜੀ ਕਾਮਯਾਬੀ ਆ, ਉਸ ਦਾ ਜਿਹੜਾ ਸਿਹਰਾ ਹੈ, ਉਹ ਸਾਰੇ ਸਾਡੇ ਸਾਥੀਆਂ ਨੂੰ, ਵਰਕਰ ਸਾਥੀਆਂ ਨੂੰ ਦਿੱਤਾ ਗਿਆ। ਸੋ ਬੜੇ ਅਹਿਮ ਜਿਹੜੇ ਆ ਚਰਚਾਵਾਂ ਕੀਤੀਆਂ। ਇੱਕ ਬੜੀ ਅਹਿਮ ਚਰਚਾ ਇਹ ਵੀ ਹੋਈ, ਕਹਿੰਦੇ ਕਿ ਰਾਏ ਲਈ ਗਈ ਹੈ ਕਿ ਜਿਹੜਾ ਗਠਬੰਧਨ ਹੋਣਾ ਪੰਜਾਬ ਦੇ ਵਿੱਚ ਕੀ ਉਹ ਸੰਭਵ ਹੋ ਸਕਦਾ, ਕਿਉਂਕਿ ਇੰਡੀਆ ਇਸ ਤੇ ਕੋਈ ਰਾਏ ਦਾ ਕੋਈ ਐਸੀ ਚਰਚਾ ਨਹੀਂ ਹੋਈ ਮੀਟਿੰਗ ਦੇ ਵਿੱਚ। ਪਰ ਕਿਉਂਕਿ ਪੀਸੀਸੀ ਤੇ ਸਾਡੇ ਐਲਓਪੀ ਜਿਹੜੇ ਆ, ਉਹ ਬਿਲਕੁਲ ਪਹਿਲਾਂ ਹੀ ਅਧਿਕਾਰਤ ਨੇ, ਤੇ ਉਹਨਾਂ ਨੂੰ ਜੋ ਵੀ ਗੱਲ ਕਰਨੀ ਹੈ ਅਲਾਇੰਸ ਬਾਰੇ, ਉਹ ਪੀਸੀਸੀ ਨਾਲ ਜਾਂ ਐਲਓਪੀ ਨਾਲ, ਉਹ ਜਿਹੜੀ ਹੈ ਏਆਈਸੀਸੀ ਨਾਲ ਕਰਨਗੇ, ਖੜਗੇ ਸਾਹਿਬ ਨਾਲ ਕਰਨਗੇ, ਜਾਂ ਸਾਡੇ ਕੇਸੀ ਵੇਨੂਗੋਪਾਲ ਜੀ ਉਹਨਾਂ ਦੇ ਨਾਲ ਕਰਨਗੇ। ਪਰ ਉਹਨਾਂ ਵੱਲੋਂ ਕੋਈ ਕਮਿਊਨੀਕੇਸ਼ਨ ਇੱਧਰ ਹਜੇ ਤੱਕ ਕੋਈ ਨਹੀਂ ਆਈ, ਜਾਂ ਇੱਧਰੋਂ ਕਮਿਊਨੀਕੇਸ਼ਨ ਸੋ ਫਾਰ ਉੱਪਰ ਤੱਕ ਹਜੇ ਤੱਕ ਸਾਡੇ ਕੋਲ ਨਹੀਂ ਹੈ, ਜਿਸ ਦੇ ਬਾਰੇ ਮੈਂ ਤੁਹਾਨੂੰ ਵਿੱਤ ਮੰਤਰੀ ਦਾ ਇੱਕ ਬਿਆਨ ਸਾਹਮਣੇ ਆਇਆ, ਕਹਿੰਦੇ ਕਿ ਸ਼ਾਇਦ ਪੰਜਾਬ ਦੇ ਵਿੱਚ ਤਾਂ ਗੱਲਬਾਤ ਚੱਲ ਰਹੀ ਹੈ ਵਧੀਆ ਤਰੀਕੇ ਨਾਲ, ਹੁਣ ਬਸ ਇੱਥੇ ਗੱਲ ਨਿਬੜੀ ਹੈ ਕਿ ਸੀਟਾਂ ਕਿੰਨੀਆਂ ਕਿਹਨੂੰ ਦੇਣੀਆਂ, ਕਾਂਗਰਸ ਨੇ ਕਿੰਨੀਆਂ ਲੈਣੀਆਂ ਤੇ ਆਪ ਨੇ ਕਿੰਨੀਆਂ ਲੈਣੀਆਂ। ਵਿੱਤ ਮੰਤਰੀ ਨੂੰ ਉਹਨਾਂ ਦੇ ਦੱਸਤਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ, ਪਰ ਸਾਡੇ ਤੱਕ ਕੋਈ ਐਸੀ ਇਨਫੋਰਮੇਸ਼ਨ ਜਿਹੜੀ ਵਿੱਤ ਮੰਤਰੀ ਕੋਲ ਆ, ਉਹ ਸਾਡੇ ਕੋਲ ਨਹੀਂ ਹੈ। ਕਿਉਂਕਿ ਵਿੱਤ ਮੰਤਰੀ ਦਾ ਆਪ ਵਿਚਾਰਾ, ਉਹਨਾਂ ਦਾ ਜਿਹੜੀ ਆਮ ਆਦਮੀ ਪਾਰਟੀ, ਉਹਨਾਂ ਦਾ ਆਧਾਰ ਦਿਨ ਪਰ ਦਿਨ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਉਹ ਸੁੰਗੜਦਾ ਜਾ ਰਿਹਾ। ਉਹ ਸੁੰਗੜਨ ਕਰਕੇ ਜਿਹੜੀ ਉਹਨਾਂ ਦੀ ਕੋਸ਼ਿਸ਼ ਹੋਏਗੀ, ਪਰ ਸਾਡੇ ਤੱਕ ਕੋਈ ਐਸੀ ਇਨਫੋਰਮੇਸ਼ਨ ਨਹੀਂ। ਇੱਕ ਪਾਸੇ ਇੰਡੀਆ ਦੀ ਚਰਚਾ ਚੱਲੀ ਤਾਂ ਇੱਕ ਪ੍ਰੈਜ਼ੀਡੈਂਟ ਨੂੰ ਚਿੱਠੀ ਗਈ, ਉਹਦੇ ਵਿੱਚ ਪ੍ਰੈਜ਼ੀਡੈਂਟ ਆਫ ਭਾਰਤ ਲਿਖਿਆ। ਇੱਕ ਤੁਹਾਡੇ ਤੱਕ ਵੀ ਇਨਫੋਰਮੇਸ਼ਨ ਪਹੁੰਚੀ ਹੋਣੀ ਆ ਕਿ ਇੰਡੀਆ ਦੀ ਥਾਂ ਹੁਣ ਭਾਰਤ ਲਿਖਣਾ ਸ਼ੁਰੂ ਕਰਤਾ ਕੇਂਦਰ ਦੀ ਸਰਕਾਰ ਨੇ, ਲੱਗਦਾ ਕਿ ਇੰਡੀਆ ਸ਼ਬਦ ਹੁਣ ਖੜਕਣ ਲੱਗ ਪਿਆ ਹੈਗਾ? ਨਹੀਂ, ਦੇਖੋ, ਸ਼ਬਦ ਤਾਂ ਖਟਕਣਾ ਨਹੀਂ ਚਾਹੀਦਾ, ਕਿਉਂਕਿ ਇੰਡੀਆ ਜਿਹੜਾ ਇੱਕ ਬੜਾ ਵੱਡਾ ਸੰਗਠਨ ਆ, ਉਹ ਐਡਾ ਵੱਡਾ ਸੰਗਠਨ ਜਿਹੜਾ ਹੁਣ ਬਣ ਗਿਆ, ਐਡਾ ਵੱਡਾ ਅਲਾਇੰਸ ਬਣ ਗਿਆ ਕਿ ਮੋਦੀ ਸਾਹਿਬ ਨੂੰ ਉਦੋਂ ਹੀ ਅਨਾਉਂਸ ਕਰਨਾ ਪਿਆ ਕਿ ਵਨ ਨੇਸ਼ਨ ਵਨ ਇਲੈਕਸ਼ਨ। ਉਹ ਭਾਵੇਂ ਹੋਣ ਜਾਂ ਨਾ ਹੋਣ, ਪਰ ਜਿਹੜਾ ਭਾਜਪਾ ਦਾ ਡਰ ਆ, ਉਹ ਇਸ ਤੋਂ ਸਾਫ਼ ਜ਼ਾਹਰ ਹੁੰਦਾ ਭਾਜਪਾ ਡਰੀ ਹੋਈ ਆ। ਬਾਕੀ ਇਹ ਚਾਹੇ ਇੰਡੀਆ ਦਾ ਨਾਮ ਨਾ ਲੈਣ,
ਮੈਂ ਸਮਝਦਾ ਕਿ ਕਿਸ ਮੂੰਹ ਦੇ ਨਾਲ ਇਹ ਕਹਿ ਸਕਦੇ ਵੀ ਅਸੀਂ ਇੰਡੀਆ ਦਾ ਨਾਮ ਨਹੀਂ ਲੈਣਾ ਔਰ ਭਾਰਤ ਦਾ ਨਾਮ ਲੈਣਾ। ਸੋ ਸਾਡਾ ਤਾਂ ਨਾਰਾ ਹੀ ਇਹੀ ਆ ਵੀ ਭਾਰਤ ਤੇ ਇੰਡੀਆ ਸਾਡੇ ਕੋਲ ਤਾਂ ਦੋਨੇ ਹੀ ਆ। ਡਾਕਟਰ ਸਾਹਿਬ ਇੱਕ ਬੜੀ ਅਹਿਮ ਚੀਜ਼ ਆ ਜਿਹੜੇ ਤੁਸੀਂ ਜ਼ਿਕਰ ਕੀਤਾ ਕਿ ਇੰਡੀਆ ਦੇ ਵਿੱਚ ਜਿਹੜੀ ਇਲੈਕਸ਼ਨ ਇੱਕ ਹੋਵੇ, ਇਹ ਕੇਂਦਰ ਦੀ ਸਰਕਾਰ ਇਹਦੇ ਵੱਲ ਇਸ ਵੇਲੇ ਚਰਚਾ ਛੇੜਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਲੱਗਦਾ ਕਿ ਇਹਦੇ ਨਾਲ ਨਤੀਜੇ ਕਿਸ ਤਰੀਕੇ ਦੇ ਹੋ ਸਕਦੇ? ਕਿਉਂਕਿ ਅਕਾਲੀ ਦਲ ਹਮਾਇਤ ਕਰ ਰਿਹਾ, ਕਹਿੰਦਾ ਕਿ 1967 ਤੋਂ ਪਹਿਲਾਂ ਵੀ ਇੱਕ ਨੇਸ਼ਨ ਤੇ ਇੱਕ ਚੋਣ ਹੁੰਦੀ ਸੀਗੀ, ਉਸੇ ਤਰੀਕੇ ਨਾਲ ਸਗੋਂ ਸਮਾਂ ਬਚ ਜੂਗਾ ਉਸ ਤਰੀਕੇ ਨਾਲ। ਤੁਹਾਡੀ ਇਸ ਬਾਰੇ ਕੀ ਰਾਏ ਹੈ? ਦੇਖੋ, ਜਿਹੜਾ ਤੁਹਾਡਾ ਸਲੋਗਨ ਦੀ ਗੱਲ ਕਰ ਰਹੇ ਸੀ, ਸਾਡਾ ਤਾਂ ਸਲੋਗਨ ਵੀ ਇਹੀ ਹੈ ਇੰਡੀਆ ਦਾ, ਜੁੜੇਗਾ ਭਾਰਤ ਬੜੇਗਾ ਇੰਡੀਆ। ਸੋ ਸਾਡੇ ਕੋਲ ਤਾਂ ਭਾਰਤ ਵੀ ਹੈ, ਸਾਡੇ ਕੋਲ ਇੰਡੀਆ ਵੀ ਹੈ, ਤੇ ਕੀ ਕਰ ਲੈਣਗੇ। ਬਾਕੀ ਜਿਸ ਤੱਕ ਤੁਹਾਨੂੰ ਮੈਂ ਗੱਲ ਕੀਤੀ ਸੀ ਕਿ ਵਨ ਨੇਸ਼ਨ ਵਨ ਇਲੈਕਸ਼ਨ ਦਾ ਇਹਨਾਂ ਨੇ ਕੀਤਾ, ਉਹ ਮੈਨੂੰ ਲੱਗਦਾ ਕਿ ਸਿਰਫ ਇੰਡੀਆ ਦੀ ਜਿਹੜੀ ਸਟ੍ਰੈਟਜੀ ਆ ਜਾਂ ਐਡਾ ਵੱਡਾ ਅਲਾਇੰਸ ਹੋ ਗਿਆ, ਹੁਣ 26 ਤੋਂ 28 ਪਾਰਟੀਆਂ ਹੋ ਗਈਆਂ, ਉਸ ਤੋਂ ਕਿਤੇ ਨਾ ਕਿਤੇ ਜਿਹੜਾ ਸਹਿਮ ਹੈ ਉਹ ਐਨਡੀਏ ਦੇ ਵਿੱਚ ਹੈ। ਕਿਉਂਕਿ ਐਨਡੀਏ ਤੋਂ ਜਿਹੜੀਆਂ ਪ੍ਰਮੁੱਖ ਜਿਹੜੀਆਂ ਪਾਰਟੀਆਂ ਇਹਨਾਂ ਦੀਆਂ ਸਹਾਇਕ ਸੀ, ਚਾਹੇ ਉਹ ਅਕਾਲੀ ਦਲ ਦੀ ਗੱਲ ਕਰ ਲਓ, ਸ਼ਿਵ ਸੈਨਾ ਦੀ ਗੱਲ ਕਰ ਲਓ, ਜਾਂ ਹੋਰ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਇਹਨਾਂ ਦੇ ਅਲਾਇੰਸ 'ਚ ਰਹੀਆਂ, ਉਹ ਅੱਜ ਖਤਮ ਹੋ ਚੁੱਕੀਆਂ। ਅੱਜ ਰਿਪੋਰਟਾਂ ਇਹ ਵੀ ਕਹਿੰਦੀਆਂ ਨੇ ਨਾ ਕਿ ਜੇ ਇਦਾਂ ਹੁੰਦਾ, ਵਨ ਨੇਸ਼ਨ ਵਨ ਇਲੈਕਸ਼ਨ ਹੁੰਦੀ ਹੈ, ਤਾਂ 77% ਚਾਂਸ ਇਹੀ ਹੁੰਦੇ ਕਿ ਜਿਹੜੀ ਸੈਂਟਰ ਦੇ ਵਿੱਚ ਤਾਕਤ ਆ ਉਹ ਜਿਹੜੀਆਂ ਥੱਲੇ ਵਾਲੀਆਂ ਪਾਰਟੀਆਂ ਉਹਨਾਂ ਨੂੰ ਓਵਰ ਕਰ ਲੈਣ। ਇਲੈਕਸ਼ਨ ਦੀ ਜਿਹੜੀ ਗੱਲ ਕਰ ਰਿਹਾ, ਮੈਂ ਸਮਝਦਾ ਕਿ ਇੰਨੇ ਥੋੜੇ ਸਮੇਂ 'ਚ ਮੁਮਕਿਨ ਹੀ ਨਹੀਂ ਆ। ਇਹ ਸਿਰਫ ਇੰਡੀਆ ਦਾ ਜਿਹੜਾ ਇੰਡੀਆ ਦਾ ਜੋ ਅਲਾਇੰਸ ਜਿਹੜਾ ਹੈ ਉਸ ਨੂੰ ਡਿਫਿਊਜ਼ ਕਰਨ ਦੇ ਲਈ, ਉਸ ਵਿਚਾਰਧਾਰਾ ਨੂੰ, ਉਸ ਵਿਚਾਰ ਨੂੰ, ਕਿਉਂਕਿ ਲੋਕ ਇਕੱਠੇ ਹੋ ਰਹੇ ਆ। ਹੁਣ ਯੂਨੀਅਨ ਗਵਰਨਮੈਂਟ ਦੀ ਇਹ ਵੀ ਕੋਸ਼ਿਸ਼ ਰਹੇਗੀ ਕਿ ਵਨ ਨੇਸ਼ਨ ਵਨ ਇਲੈਕਸ਼ਨ ਕਰ ਦਿਓ, ਜਿਹੜੇ ਸਾਡੇ ਹਲਾਏ ਨਹੀਂ ਉਹੀ ਆ ਜਾਣ। ਸੋ ਲੋਕਾਂ ਨੂੰ ਡਰਾਉਣ ਧਮਕਾਉਣ ਦਾ ਤਰੀਕਾ ਵੀ ਜਿਹੜੀਆਂ ਦੂਜੀਆਂ ਸਟੇਟਾਂ, ਖਾਸ ਤੌਰ ਤੇ ਸਾਊਥ ਦੇ ਵਿੱਚ, ਇੱਕ ਉਹ ਵੀ ਤਰੀਕਾ ਜਿਹੜਾ ਇੱਕ ਉਹ ਹਥਿਆਰ ਹੱਥ ਕੰਡਾ ਹੋ ਸਕਦਾ। ਆਖਰੀ ਸਵਾਲ, ਲੱਗਦਾ ਕਿ ਪੰਜਾਬ ਦੇ ਵਿੱਚ ਇਹ ਸੰਭਵ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੀਆਂ ਚੱਲ ਸਕਦੀਆਂ ਨੇ? ਤੁਹਾਡੀ ਨਿੱਜੀ ਰਾਏ, ਕਿਉਂਕਿ ਪਾਰਟੀ ਦੀ ਰਾਏ ਜੋ ਹੋਊਗੀ ਉਹ ਪ੍ਰੋ ਸੈਂਟਰ ਤੋਂ ਹੋਣੀ ਹੈ, ਵੈਸੇ ਤੁਹਾਡੀ ਨਿੱਜੀ ਰਾਏ? ਦੇਖੋ, ਜਿਸ ਤੱਕ ਮੈਂ ਨਿੱਜੀ ਰਾਏ ਨਾ, ਕਿਉਂਕਿ ਮੈਂ ਪਾਰਟੀ ਦਾ ਬੜਾ ਇੰਪੋਰਟੈਂਟ ਹਿੱਸਾ ਔਰ ਪਾਰਟੀ ਨੇ ਮੈਨੂੰ ਡਿਪਟੀ ਲੀਡਰ ਬਣਾਇਆ, ਸੋ ਮੈਂ ਸਮਝਦਾ ਕਿ ਮੇਰੀ ਨਿੱਜੀ ਰਾਏ ਉਹੀ ਹੈ ਜੋ ਸਾਡੀ ਪਾਰਟੀ ਦੀ ਰਾਏ ਹੈ, ਜੋ ਸਾਡੀ ਪੀਸੀਸੀ ਦੀ ਜਾਂ ਸਾਡੀ ਏਆਈਸੀਸੀ ਦੀ ਰਾਏ ਹੋਏਗੀ ਉਹ ਮੇਰੀ ਨਿੱਜੀ ਰਾਏ। ਥੈਂਕ ਯੂ। ਸੋ ਇਸ ਹਨ ਰਾਜਕੁਮਾਰ ਚੱਬੇਵਾਲ, ਬੜੇ ਵਿਭਾਗ ਢੰਗ ਦੇ ਨਾਲ ਤਮਾਮ ਮਸਲੇ ਤੇ ਆਪਣਾ ਪੱਖ ਰੱਖ ਕੇ ਗਏ ਨੇ। ਸਿੱਧੇ ਤੌਰ ਤੇ ਜ਼ਿਕਰ ਕਰ ਰਹੇ ਨੇ ਕਿ ਜਿਹੜਾ ਇੰਡੀਆ ਸ਼ਬਦ ਕੁਝ ਪਾਰਟੀਆਂ ਦਾ ਇਕੱਠਾ ਹੋ ਕੇ ਇੱਕ ਅਲਾਇੰਸ ਬਣਿਆ ਹੈਗਾ, ਕੇਂਦਰ ਦੀ ਸਰਕਾਰ ਉਹ ਤੋਂ ਖੌਫਜ਼ਦਾ ਹੈਗੀ ਹੈ, ਇਸੇ ਕਰਕੇ ਉਹਨਾਂ ਦੇ ਵੱਲੋਂ ਭਾਰਤ ਸ਼ਬਦ ਵਰਤਣਾ ਸ਼ੁਰੂ ਕਰ ਦਿੱਤਾ ਗਿਆ, ਜਾਂ ਫਿਰ ਅਲਾਇੰਸ ਦੇ ਬਾਬਤ ਉਸ ਤੋਂ ਬਾਅਦ ਇਦਾਂ ਦੀ ਚਰਚਾਵਾਂ ਛੇੜ ਦਿੱਤੀਆਂ ਗਈਆਂ ਕਿ ਵਨ ਨੇਸ਼ਨ ਵਨ ਇਲੈਕਸ਼ਨ ਜਿਹੜੀ ਕਿ ਇੰਨੇ ਘੱਟ ਸਮੇਂ ਦੇ ਵਿੱਚ ਹੋਣੀ ਸੰਭਵ ਨਹੀਂ ਹੈਗੀ। ਉਹਨਾਂ ਨੇ ਆਪਣਾ ਪੱਖ ਰੱਖਿਆ ਗਿਆ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕਮੈਂਟ, ਆਪਣੇ ਟਿੱਪਣੀ ਜ਼ਰੂਰ ਸਾਂਝੇ ਕਰੋ। ਸਹਿਯੋਗੀ ਲਖਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਨਿਊਜ਼ ਓਨਲੀ, ਚੰਡੀਗੜ੍ਹ।